सत श्री अकाल जी। स्वागत है तुहाडा सारिਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੀ, ਜਿਹੜਾ ਕਿ ਹੈਗਾ ਇਹ 7ਵੀਂ ਕਲਾਸ ਦੇ ਨਾਲ ਸੰਬੰਧਿਤ। ਤੇ ਇਹਦੇ ਵਿੱਚ ਵੀ ਅੱਜ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੇ ਬਾਰੇ ਵਿੱਚ। 7ਵੀਂ ਕਲਾਸ ਦਾ ਜਿੰਨਾ ਵੀ ਇਤਿਹਾਸ ਹੈਗਾ ਇਹ ਸਾਰਾ ਦੇ ਸਾਰਾ ਜਿਹੜਾ ਮੱਧਕਾਲ ਯੁੱਗ ਨਾਲ ਸੰਬੰਧਿਤ ਹੈਗਾ। ਤੇ ਇਹਦੇ ਵਿੱਚ ਆਪਾਂ ਮੱਧਕਾਲੀਨ ਯੁੱਗ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ। ਇਹਦੇ ਵਿੱਚ ਆਪਾਂ ਦੇਖਣਾ ਹੈਗਾ ਕਬੀਲੇ, ਖਾਨਾਬਦੋਸ਼ ਤੇ ਸਥਿਰ ਭਾਈਚਾਰੇ ਦੇ ਬਾਰੇ ਵਿੱਚ ਜਿਹੜੀ ਆਪਾਂ ਮੇਨਲੀ ਗੱਲ ਕਰਨੀ ਹੈਗੀ ਹੈ। ਭਾਰਤੀ ਉਪ ਮਹਾਂਦੀਪ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਈ ਸਾਰੇ ਪਰਿਵਰਤਨ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ, ਜਿਹੜੇ ਕਿ ਮੇਨਲੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਜੀਵਨ ਨਾਲ ਜਿਹੜੇ ਸੰਬੰਧਿਤ ਸੀਗੇ। ਇਹ ਕਿਉਂ ਤੇ ਕਿਵੇਂ ਆਏ ਇਹਦੇ ਬਾਰੇ ਵਿੱਚ ਅੱਜ ਆਪਾਂ ਵਿਸਥਾਰ ਨਾਲ ਦੇਖਾਂਗੇ। ਤੇ ਭਾਰਤੀ ਉਪ ਮਹਾਂਦੀਪ ਦੇ ਜਿਹੜੇ ਕਈ ਭਾਗ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਸਮਾਜ ਹੈਗਾ ਉਹ ਕੰਮ ਦੇ ਆਧਾਰ ਤੇ ਜਿਹੜਾ ਕਈਆਂ ਸ਼੍ਰੇਣੀਆਂ ਦੇ ਵਿੱਚ ਉਹ ਵੰਡਿਆ ਜਾ ਚੁੱਕਾ ਸੀ। ਇਸ ਦੇ ਚੱਲਦੇ ਜਿਹੜਾ ਅਮੀਰ ਤੇ ਗਰੀਬ ਦੇ ਵਿਚਕਾਰ ਦਾ ਜਿਹੜਾ ਫਾਸਲਾ ਹੈਗਾ ਉਹ ਵੱਧ ਜਾਂਦਾ ਹੈਗਾ। ਤੇ ਨਾਲ ਦੀ ਨਾਲ ਆਪਾਂ ਦੇਖਦੇ ਹੈਗੇ ਕਿ ਦਿੱਲੀ ਸਲਤਨਤ ਦੇ ਟਾਈਮ ਤੇ ਇਸ ਤੋਂ ਇਲਾਵਾ ਜਿਹੜਾ ਮੁਗਲ ਸਾਮਰਾਜ ਹੈਗਾ ਇਹਦੇ ਟਾਈਮ ਤੇ ਵੀ ਜਿਹੜਾ ਸਮਾਜ ਹੈਗਾ ਉਹ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਕਬਾਇਲੀ ਸਮਾਜ ਦੇ ਬਾਰੇ ਵਿੱਚ। ਇਸ ਦੇ ਵਿੱਚ ਵੀ ਆਪਾਂ ਦੇਖਦੇ ਹੈਗੇ ਆ ਕਿ ਮੱਧਕਾਲ ਦੇ ਵਿੱਚ ਜਿਹੜਾ ਭਾਰਤੀ ਉਪ ਮਹਾਂਦੀਪ ਹੈਗਾ ਇਹਦੇ ਜਿਹੜੇ ਕਈ ਇਲਾਕੇ ਨੇ ਉਹਨਾਂ ਦੇ ਵਿੱਚ ਕਬਾਇਲੀ ਸਮਾਜ ਜਿਹੜਾ ਉਹਨਾਂ ਦੀ ਸਥਾਪਨਾ ਹੋ ਚੁੱਕੀ ਸੀ। ਪਰ ਇਹ ਜਿਹੜੇ ਹੈਗੇ ਨੇ ਸ਼੍ਰੇਣੀਆਂ ਦੇ ਆਧਾਰ ਤੇ ਵੰਡੇ ਹੋਏ ਨਹੀਂ ਸੀ। ਇਸ ਤੋਂ ਇਲਾਵਾ ਜਿਹੜੇ ਕਬੀਲੇ ਦੇ ਲੋਕ ਹੈਗੇ ਨੇ, ਜਿਹੜੇ ਜਿਨ੍ਹਾਂ ਨੇ ਕਬਾਇਲੀ ਸਮਾਜ ਦੀ ਸਥਾਪਨਾ ਕੀਤੀ ਸੀਗੀ, ਉਹ ਜਿੰਨੇ ਵੀ ਬ੍ਰਾਹਮਣਾਂ ਦੇ ਦੁਆਰਾ ਜਿਹੜੇ ਸਮਾਜਿਕ ਨਿਯਮ ਜਾਂ ਰੀਤੀ ਰਿਵਾਜ ਬਣਾਏ ਗਏ ਸੀ, ਜਾਂ ਫਿਰ ਆਪਾਂ ਕਹੀਏ ਜਿਹੜੇ ਉਹਨਾਂ ਦੇ ਦੁਆਰਾ ਨਿਰਧਾਰਿਤ ਕੀਤੇ ਗਏ ਸੀ, ਇਹਨਾਂ ਦੀ ਉਹ ਪਾਲਣਾ ਨਹੀਂ ਸੀ ਕਰਦੇ। ਇਸ ਤੋਂ ਇਲਾਵਾ ਜਿਹੜੇ ਕਬੀਲਿਆਂ ਦੇ ਲੋਕ ਹੈਗੇ ਨੇ ਉਹਨਾਂ ਦਾ ਆਪਣਾ ਅਲੱਗ ਤੋਂ ਭਾਈਚਾਰਾ ਹੁੰਦਾ ਸੀਗਾ। ਤੇ ਇਹ ਲੋਕਾਂ ਦੇ ਜਿਹੜੇ ਮੁੱਖ ਧੰਦੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਖੇਤੀਬਾੜੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਜਿਹੜੇ ਕਬੀਲਿਆਂ ਦੇ ਲੋਕ ਹੈਗੇ ਨੇ ਇਹ ਸ਼ਿਕਾਰ ਕਰਦੇ ਸੀਗੇ। ਇਸ ਤੋਂ ਇਲਾਵਾ ਇਹ ਸੰਗ੍ਰਹਿਕ ਸੀਗੇ। ਸੰਗ੍ਰਹਿਕ ਤੋਂ ਭਾਵ ਹੁੰਦਾ ਹੈ, ਜੇ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੀ, ਦਾ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਦੁਆਰਾ ਅੰਨ ਜਿਹੜਾ ਹੈਗਾ ਹੈ ਉਹਨੂੰ ਸੰਗ੍ਰਹਿ ਕਰਕੇ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਕਣਕ ਦੀ ਗੱਲ ਕਰ ਸਕਦੇ ਹੈਗੇ ਹਾਂ, ਇਸੇ ਤਰ੍ਹਾਂ ਹੀ ਜਿਹੜਾ ਇਹ ਲੋਕ ਹੈਗੇ ਨੇ ਇਹ ਵੀ ਸੰਗ੍ਰਹਿਕ ਉਸ ਟਾਈਮ 'ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਪਸ਼ੂ ਪਾਲਣ ਵੀ ਇਹਨਾਂ ਦੇ ਕਿੱਤਿਆਂ ਦੇ ਵਿੱਚ ਸ਼ਾਮਿਲ ਸੀਗਾ, ਜਾਂ ਆਪਾਂ ਕਹੀਏ ਤਾਂ ਵੀ ਇਹਨਾਂ ਦੇ ਪਸੰਦ ਦਾ ਕਿੱਤਾ ਸੀਗਾ। ਇਸ ਤੋਂ ਇਲਾਵਾ ਜਿਹੜੇ ਲੋਕ ਹੈਗੇ ਨੇ ਆਪਣੇ ਜੀਵਨ ਨਿਰਬਾਹ ਕਰਨ ਦੇ ਲਈ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਸੀ, ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਖਾਨਾਬਦੋਸ਼ ਵੀ ਕਿਹਾ ਜਾਂਦਾ ਸੀਗਾ। ਇਸ ਤੋਂ ਇਲਾਵਾ ਮੱਧ ਯੁੱਗ ਵਿੱਚ ਜਿਹੜਾ ਭਾਰਤੀ ਉਪ ਮਹਾਂਦੀਪ ਦੇ ਵਿੱਚ ਕਈ ਜਿਹੜੇ ਸ਼ਕਤੀਸ਼ਾਲੀ ਕਬੀਲੇ ਹੈਗੇ ਨੇ ਉਹ ਜੰਗਲਾਂ, ਪਹਾੜਾਂ ਤੇ ਰੇਤੀਲੇ ਇਲਾਕਿਆਂ ਦੇ ਵਿੱਚ ਰਹਿੰਦੇ ਸੀਗੇ। ਇਸ ਤੋਂ ਇਲਾਵਾ ਜਿਹੜੇ ਲੋਕ ਹੈਗੇ ਨੇ ਸ਼ਕਤੀਸ਼ਾਲੀ ਸਮਾਜਾਂ ਦੇ ਲੋਕਾਂ ਨਾਲ ਲੜਦੇ ਝਗੜਦੇ ਵੀ ਰਹਿੰਦੇ ਸੀ, ਜਾਂ ਆਪਾਂ ਕਹਿ ਸਕਦੇ ਹੈਗੇ ਕਿ ਜਿਹੜੇ ਸ਼ਾਸਕ ਵਰਗ ਸੀਗਾ ਉਸ ਟਾਈਮ ਦੇ, ਜਾਂ ਆਪਾਂ ਦਿੱਲੀ ਸਲਤਨਤ ਦੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈਗੀ, ਜਾਂ ਮੁਗਲ ਸਾਮਰਾਜ ਦੀ, ਤਾਂ ਉਹਨਾਂ ਦੇ ਨਾਲ ਵੀ ਇਹਨਾਂ ਦੇ ਲੜਾਈ ਝਗੜੇ ਹੁੰਦੇ ਰਹਿੰਦੇ ਸੀ। ਪਰ ਫਿਰ ਵੀ ਜਿਹੜੇ ਲੋਕ ਹੈਗੇ ਨੇ, ਦੋਵੇਂ ਜਿਹੜੇ ਸਮਾਜ ਹੈਗੇ ਨੇ, ਇਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਿਹੜਾ ਇੱਕ ਦੂਸਰੇ ਦੇ ਉੱਪਰ ਨਿਰਭਰ ਕਰਦੇ ਸੀ। ਅੱਗੇ ਆਪਾਂ ਗੱਲ ਕਰਾਂਗੇ ਕਬਾਇਲੀ ਲੋਕ ਕੌਣ ਸਨ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਜਿਹੜੇ ਕਬੀਲਿਆਂ ਦੇ ਲੋਕ ਹੈਗੇ ਨੇ ਉਹਨਾਂ ਨੇ ਜਿਹੜਾ ਆਪਣਾ ਕੋਈ ਲਿਖਤੀ ਵੇਰਵਾ ਤਿਆਰ ਨਹੀਂ ਸੀ ਕੀਤਾ। ਤੇ ਇਹਨਾਂ ਦੇ ਜਿਹੜੇ ਰੀਤੀ ਰਿਵਾਜ ਹੈਗੇ ਨੇ ਜਾਂ ਫਿਰ ਜਿਹੜੀਆਂ ਸਮਾਜਿਕ ਪਰੰਪਰਾਵਾਂ ਹੈਗੀਆਂ ਨੇ ਉਹ ਪੀੜ੍ਹੀ ਦਰ ਪੀੜ੍ਹੀ ਹੀ ਅੱਗੇ ਜਿਹੜੀਆਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਜਾਂਦੀਆਂ ਰਹਿੰਦੀਆਂ ਸੀਗੀਆਂ। ਜਿਹੜੇ ਇਹਨਾਂ ਦੇ ਰੀਤੀ ਰਿਵਾਜ ਹੈਗੇ ਨੇ ਜਾਂ ਫਿਰ ਸਮਾਜਿਕ ਪਰੰਪਰਾਵਾਂ ਹੈਗੀਆਂ ਨੇ, ਜਿੰਨੇ ਵੀ ਇਤਿਹਾਸ ਲਿਖਣ ਵਾਲੇ ਇਤਿਹਾਸਕਾਰ ਹੈਗੇ ਨੇ ਉਹਨਾਂ ਨੂੰ ਇਤਿਹਾਸ ਲਿਖਣ ਵਿੱਚ ਇਹਨਾਂ ਤੋਂ ਜਿਹੜੀ ਮਦਦ ਮਿਲਦੀ ਸੀਗੀ। ਤੇ ਇਹਨਾਂ ਦੇ ਜਿਹੜੇ ਰੀਤੀ ਰਿਵਾਜਾਂ ਦੇ ਆਧਾਰ 'ਤੇ ਹੀ ਜਿਹੜਾ ਇਤਿਹਾਸਕਾਰ ਹੈਗੇ ਨੇ, ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹਨਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਬੀਲੇ ਦੇ ਲੋਕਾਂ ਨੂੰ। ਮੱਧਕਾਲ ਯੁੱਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤੀ ਉਪ ਮਹਾਂਦੀਪ ਦੇ ਵਿੱਚ ਲਗਭਗ ਸਾਰੇ ਹਿੱਸਿਆਂ ਦੇ ਵਿੱਚ ਜਿਹੜੇ ਕਬਾਇਲੀ ਲੋਕ ਹੈਗੇ ਨੇ ਜਾਂ ਫਿਰ ਕਬਾਇਲੀ ਸਮਾਜ ਦੇ ਲੋਕ ਨੇ ਉਹ ਰਹਿੰਦੇ ਸੀਗੇ। ਤੇ ਉਦਾਹਰਨ ਦੇ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਤਾਂ ਮਣੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਨਾਗਾਲੈਂਡ, ਦਾਦਰਾ ਨਾਗਰ ਹਵੇਲੀ, ਇਹ ਸਾਰੇ ਜਿਹੜੇ ਰਾਜ ਹੈਗੇ ਨੇ ਇਹਨਾਂ ਦੇ ਵਿੱਚ ਕਬੀਲੇ, ਖਾਨਾਬਦੋਸ਼ ਤੇ ਜਿਹੜੇ ਘੁਮੱਕੜ ਵਰਗ ਦੇ ਜਿਹੜੇ ਲੋਕ ਹੈਗੇ ਨੇ ਉਹ ਰਹਿੰਦੇ ਸੀਗੇ। ਤੇ ਇਹਨਾਂ ਵਿੱਚ ਜੇ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਕਬੀਲੇ ਸ਼ਾਮਿਲ ਸੀ, ਤਾਂ ਇਹਨਾਂ ਦੇ ਵਿੱਚ ਭੀਲ, ਗੋਰਜ਼, ਅਹੋਮ, ਕੁਈ, ਕੋਲੀਜ਼, ਕੁਕੀ ਤੇ ਔਰਨਜ਼ ਜਿਹੜੇ ਹੈਗੇ ਨੇ ਇਹ ਲੋਕ ਸ਼ਾਮਿਲ ਸੀਗੇ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਬਾਰੇ ਵਿੱਚ, ਤਾਂ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਖੋਖਰ, ਗੱਖਰ, ਲੰਗਾ, ਅਰਗੂਨ, ਬਲੋਚ, ਇਹ ਜਿਹੜੇ ਕਬੀਲੇ ਹੈਗੇ ਨੇ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਇਹ ਨਿਵਾਸ ਕਰਦੇ ਸੀਗੇ। ਇਸ ਤੋਂ ਅੱਗੇ ਵੀ ਜਿਹੜੇ ਕਬੀਲੇ ਹੈਗੇ ਨੇ ਕੁਲਾਂ ਦੇ ਵਿੱਚ ਵੰਡੇ ਹੋਏ ਹੁੰਦੇ ਸੀ, ਤੇ ਹਰੇਕ ਕੁਲ ਦਾ ਜਿਹੜਾ ਆਪਣਾ ਇੱਕ ਮੁਖੀਆ ਹੁੰਦਾ ਸੀ। ਕੁਲ ਦੀ ਜੇਕਰ ਆਪਾਂ ਗੱਲ ਕਰੀਏ ਪਰਿਵਾਰਾਂ ਜਾਂ ਘਰਾਂ ਦੇ ਸਮੂਹ ਨੂੰ ਕੁਲ ਬੋਲਿਆ ਜਾਂਦਾ ਸੀਗਾ, ਤੇ ਇਹ ਜਿਹੜੇ ਇੱਕ ਹੀ ਪੂਰਵਜ ਦੀ ਜਿਹੜਾ ਸੰਤਾਨ ਹੁੰਦੇ ਸੀਗੇ। ਇਸ ਤੋਂ ਇਲਾਵਾ ਪੱਛਮੀ ਹਿਮਾਲਿਆ ਦੇ ਵਿੱਚ ਜਿਹੜਾ ਗੱਦੀ ਗਡੇਰੀਆ ਨਾਂ ਦਾ ਇੱਕ ਕਬੀਲਾ ਨਿਵਾਸ ਕਰਦਾ ਸੀਗਾ। ਇਸੇ ਤਰ੍ਹਾਂ ਹੀ ਜਿਹੜਾ ਮਹਾਂਦੀਪ ਹੈਗਾ ਇਹ ਭਾਰਤ ਦੀ ਆਪਾਂ ਗੱਲ ਕਰ ਹੈਗੇ ਹਾਂ, ਇਹਦੇ ਉੱਤਰ ਪੂਰਬੀ ਭਾਗ ਦੇ ਵਿੱਚ ਅਹੋਮ, ਨਾਗਾ ਤੇ ਹੋਰ ਕਈ ਕਬੀਲੇ ਰਹਿੰਦੇ ਸੀ। 12ਵੀਂ ਸਦੀ ਦੇ ਵਿੱਚ ਜਿਹੜਾ ਆਧੁਨਿਕ ਬਿਹਾਰ ਤੇ ਝਾਰਖੰਡ ਹੈਗਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਚੇਰ ਨਾਂ ਦਾ ਇੱਕ ਸ਼ਾਸਕ ਵੰਸ਼ ਦਾ ਜਿਹੜਾ ਉਥਾਨ ਹੁੰਦਾ ਹੈਗਾ। 1591 ਦੇ ਵਿੱਚ ਜਿਹੜਾ ਮੁਗਲ ਬਾਦਸ਼ਾਹ ਅਕਬਰ ਹੈਗਾ ਉਹਨਾਂ ਨੇ ਚੇਰ ਵੰਸ਼ ਦੇ ਜਿਹੜੇ ਸ਼ਾਸਕ ਹੈਗੇ ਨੇ ਉਹਨਾਂ 'ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀਗੀ। ਇਸ ਤੋਂ ਇਲਾਵਾ ਜਿਹੜਾ ਮੁਗਲ ਬਾਦਸ਼ਾਹ ਔਰੰਗਜ਼ੇਬ ਹੈਗਾ ਉਹਨਾਂ ਨੇ ਵੀ ਇਸ ਵੰਸ਼ ਦੇ ਜਿਹੜੇ ਕਿਲੇ ਹੈਗੇ ਨੇ ਉਹਨਾਂ 'ਤੇ ਅਧਿਕਾਰ ਕਰ ਲਿਆ ਸੀਗਾ। ਆਧੁਨਿਕ ਬਿਹਾਰ ਤੇ ਝਾਰਖੰਡ ਦੇ ਇਲਾਕਿਆਂ ਦੇ ਵਿੱਚ ਜਿਹੜੇ ਕਬੀਲੇ ਰਹਿੰਦੇ ਸੀਗੇ ਉਹਨਾਂ ਵਿੱਚੋਂ ਜਿਹੜਾ ਮੁੰਡਾ ਤੇ ਸੰਥਾਲ ਜਿਹੜੇ ਕਬੀਲੇ ਹੈਗੇ ਨੇ ਉਹ ਜਿਹੜੇ ਸਭ ਤੋਂ ਜ਼ਿਆਦਾ ਪ੍ਰਮੁੱਖ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ ਭਾਰਤੀ ਇਤਿਹਾਸ ਦੇ ਵਿੱਚ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਰਨਾਟਕਾ ਤੇ ਮਹਾਰਾਸ਼ਟਰ ਦੇ ਵਿੱਚ, ਤੇ ਇਹਦੇ ਵਿੱਚ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਜਿਹੜੇ ਕਬੀਲੇ ਨਿਵਾਸ ਕਰਦੇ ਸੀ ਉਹਨਾਂ ਵਿੱਚ
ਕੋਈ ਬਿਹਾਰ ਦੇ ਜਿਹੜੇ ਨਾਂ ਹੈਗੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਗੁਜਰਾਤ ਦੇ ਪ੍ਰਦੇਸ਼ਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਕੋਈ ਕਬੀਲੇ ਦੇ ਲੋਕ ਗੁਜਰਾਤ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਉਸ ਤੋਂ ਇਲਾਵਾ ਕੁਰਾਗਾ, ਬੇਤਰ, ਮਾਰਵਾੜ ਇਹ ਕਬੀਲੇ ਵੀ ਗੁਜਰਾਤ ਦੇ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਜੇਕਰ ਆਪਾਂ ਭਾਰਤ ਦੇ ਪੱਛਮੀ ਤੇ ਮੱਧ ਭਾਗ ਦੀ ਗੱਲ ਕਰਦੇ ਹੈਗੇ ਤਾਂ ਇਹਦੇ ਵਿੱਚ ਭੀਲ ਨਾਂ ਦਾ ਕਬੀਲਾ ਰਹਿੰਦਾ ਸੀਗਾ। ਇਸ ਤੋਂ ਇਲਾਵਾ ਇਹ ਜਿਹੜੇ ਹੈਗੇ ਨੇ 6ਵੀਂ ਸਦੀ ਦੇ ਅੰਤ ਤੱਕ ਜਿਹੜੇ ਲੋਕ ਹੈਗੇ ਨੇ ਖੇਤੀਬਾੜੀ ਤੇ ਜ਼ਮੀਂਦਾਰਾਂ ਜਿਹੜਾ ਕਿੱਤਾ ਹੈਗਾ ਏ ਉਹ ਇਹਨਾਂ ਨੇ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਭੀਲ ਕਬੀਲੇ ਦੇ ਲੋਕ ਜਿਹੜੇ ਹੈਗੇ ਨੇ ਇਹ ਜ਼ਿਆਦਾਤਰ ਸ਼ਿਕਾਰੀ ਤੇ ਸੰਗ੍ਰਹਿਕ ਦਾ ਕਿੱਤਾ ਜਿਹੜਾ ਇਹਨਾਂ ਦੇ ਦੁਆਰਾ ਕੀਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਆਧੁਨਿਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਗੌਂਡ ਕਬੀਲੇ ਦੇ ਲੋਕ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਚਿੱਤਰ ਦੇ ਵਿੱਚ ਆਪਾਂ ਦੇਖ ਸਕਦੇ ਹੈਗੇ ਜਿਹੜੇ ਭੀਲ ਕਬੀਲੇ ਦੇ ਲੋਕ ਹੈਗੇ ਨੇ ਉਹ ਰਾਤ ਦੇ ਸਮੇਂ ਸ਼ਿਕਾਰ ਕਰਦੇ ਹੋਏ ਇਹਦੇ ਵਿੱਚ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈਗਾ। ਅੱਗੇ ਆਪਾਂ ਗੱਲ ਕਰਾਂਗੇ ਖਾਨਾਬਦੋਸ਼ ਘੁਮੱਕੜ ਵਰਗ ਦੇ ਲੋਕਾਂ ਦਾ ਜੀਵਨ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਮੁੱਖ ਕਿੱਤਾ ਪਸ਼ੂ ਚਾਰਨਾ ਸੀਗਾ। ਪਸ਼ੂ ਚਾਰਨ ਲਈ ਜਿਹੜਾ ਬਹੁਤ ਦੂਰ ਤੱਕ ਚਲੇ ਜਾਂਦੇ ਸੀ। ਇਸ ਤੋਂ ਇਲਾਵਾ ਆਪਣੇ ਜੀਵਨ ਦਾ ਨਿਰਵਾਹ ਕਰਨ ਲਈ ਜਿਹੜਾ ਪਸ਼ੂਆਂ ਦੇ ਉੱਪਰ ਹੀ ਨਿਰਭਰ ਕਰਦੇ ਸੀਗੇ। ਇਹਦੇ ਵਿੱਚ ਉਹ ਜਿਹੜੇ ਪਸ਼ੂਆਂ ਦੇ ਦੁੱਧ ਤੋਂ ਘਿਓ ਤਿਆਰ ਕਰਦੇ ਸੀ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਿਸਾਨਾਂ ਨੂੰ ਦੇ ਕੇ ਉਹਦੇ ਬਦਲੇ ਵਿੱਚ ਉਹ ਕਿਸਾਨਾਂ ਤੋਂ ਅਨਾਜ, ਕੱਪੜਾ ਤੇ ਬਰਤਨ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਖਰੀਦ ਲੈਂਦੇ ਸੀਗੇ। ਇਸ ਤੋਂ ਇਲਾਵਾ ਆਪਾਂ ਦੇਖਾਂਗੇ ਕਿ ਉਸ ਟਾਈਮ ਦੇ ਜਿਹੜੇ ਲੋਕ ਹੈਗੇ ਨੇ ਆਪਣਾ ਸਮਾਨ ਵੇਚਣ ਦੇ ਲਈ ਜਿਹੜਾ ਉਹ ਪਸ਼ੂਆਂ ਦੇ ਉੱਪਰ ਰੱਖ ਕੇ ਹੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਉਸ ਨੂੰ ਲੈ ਕੇ ਜਾਂਦੇ ਸੀਗੇ। ਮੱਧਕਾਲ ਯੁੱਗ ਦੇ ਟਾਈਮ 'ਤੇ ਜਿਹੜੇ ਖਾਨਾਬਦੋਸ਼ ਲੋਕਾਂ ਦੀਆਂ ਬਹੁਤ ਸਾਰੀਆਂ ਕੁਲਾਂ ਵਿੱਚ ਜਿਹੜੇ ਬੰਜਾਰਾ ਕੁਲ ਹੈਗੀ ਹੈ ਉਹ ਪ੍ਰਸਿੱਧ ਵਪਾਰੀ ਖਾਨਾਬਦੋਸ਼ ਸੀਗੇ। ਅਤੇ ਜੇਕਰ ਆਪਾਂ ਦਿੱਲੀ ਸਲਤਨਤ ਦੇ ਟਾਈਮ 'ਤੇ ਅਲਾਉਦੀਨ ਖਿਲਜੀ ਦੀ ਰਾਜਕਾਲ ਦੀ ਗੱਲ ਕਰੀਏ ਤਾਂ ਜਿਹੜੇ ਬੰਜਾਰੇ ਹੈਗੇ ਨੇ ਉਹਨਾਂ ਦੁਆਰਾ ਹੀ ਜਿਹੜਾ ਸਮਾਨ ਹੈਗਾ ਹੈ ਜਾਂ ਅਨਾਜ ਹੈਗਾ ਉਹ ਮੰਡੀਆਂ ਤੱਕ ਲੈ ਕੇ ਆਇਆ ਜਾਂਦਾ ਸੀਗਾ। ਜਹਾਂਗੀਰ ਦੀ ਜਿਹੜੀ ਆਤਮ ਕਥਾ ਹੈਗੀ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਬੰਜਾਰੇ ਨੇ ਉਹ ਬਲਦਾਂ ਉੱਤੇ ਅਨਾਜ ਰੱਖ ਕੇ ਸ਼ਹਿਰਾਂ ਤੱਕ ਵੇਚਣ ਲਈ ਲਿਜਾਂਦੇ ਸੀ। ਇਸ ਤੋਂ ਇਲਾਵਾ ਜਿਹੜੀ ਯੁੱਧ ਦੇ ਟਾਈਮ 'ਤੇ ਸੈਨਿਕਾਂ ਦੀ ਜਿਹੜੀ ਖਾਦ ਸਮੱਗਰੀ ਸੀਗੀ ਉਹ ਵੀ ਬਲਦਾਂ ਉੱਤੇ ਰੱਖ ਕੇ ਲਿਜਾਂਦੇ ਸੀਗੇ। ਇਹ ਜਿਹੜਾ ਕੰਮ ਸੀਗਾ ਇਹ ਜਿਹੜੇ ਬੰਜਾਰਾ ਵਰਗ ਦੇ ਲੋਕ ਹੈਗੇ ਨੇ ਉਹਨਾਂ ਦੁਆਰਾ ਕੀਤਾ ਜਾਂਦਾ ਸੀਗਾ। ਜਿਹੜੇ ਚਰਵਾਹਾ ਕਬੀਲਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਗਾਂ, ਘੋੜੇ ਤੇ ਜਿਹੜੇ ਪਾਲਤੂ ਜਾਨਵਰਾਂ ਨੂੰ ਪਾਲ ਕੇ ਉਹਨਾਂ ਨੂੰ ਵੇਚ ਦਿੰਦੇ ਸੀਗੇ ਤੇ ਇਸ ਤਰ੍ਹਾਂ ਆਪਣਾ ਜੀਵਨ ਦਾ ਨਿਰਵਾਹ ਕਰਦੇ ਸੀ। ਇਸ ਤੋਂ ਇਲਾਵਾ ਕਈ ਹੋਰ ਕਬੀਲਿਆਂ ਦੇ ਲੋਕ ਜਿਹੜੇ ਹੈਗੇ ਨੇ ਉਹ ਸਰਕੜੇ ਦੀਆਂ ਜਿਹੜੀਆਂ ਚਟਾਈਆਂ, ਬੋਰੀਆਂ ਤੇ ਰੱਸੇ ਜਿਹੜੇ ਹੈਗੇ ਨੇ ਉਹ ਤਿਆਰ ਕਰਕੇ ਵੇਚਦੇ ਸੀ। ਮਦਾਰੀ ਤੇ ਜਿਹੜੇ ਗਾਇਕ ਲੋਕ ਹੈਗੇ ਨੇ ਉਹ ਵੀ ਜਿਹੜਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਜਿਹੜਾ ਆਪਣੇ ਜੀਵਨ ਦਾ ਨਿਰਵਾਹ ਕਰਦੇ ਸੀ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਸਮਾਜਿਕ ਪਰਿਵਰਤਨ, ਨਵੀਆਂ ਜਾਤੀਆਂ ਅਤੇ ਸ਼੍ਰੇਣੀ ਦਾ ਹੋਂਦ ਵਿੱਚ ਆਉਣਾ। ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਮੇਨਲੀ ਜਿਹੜੇ ਆਰਥਿਕ ਤੇ ਸਮਾਜਿਕ ਪਰਿਵਰਤਨ ਹੋਣ ਕਰਕੇ ਜਿਹੜੇ ਨਵੇਂ ਹੁਨਰ ਵਾਲੇ ਜਿਹੜੇ ਸ਼ਿਲਪਕਾਰ ਉਹਨਾਂ ਦੀ ਮੰਗ ਕੀਤੀ ਜਾਣ ਲੱਗ ਗਈ ਸੀਗੀ। ਜਿਸ ਦੇ ਸਿੱਟੇ ਵਜੋਂ ਜਿਹੜੀਆਂ ਨਵੀਆਂ ਜਾਤੀਆਂ ਹੋਂਦ ਵਿੱਚ ਆਈਆਂ ਉਹਨਾਂ ਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਆਪਾਂ ਦੇਖਾਂਗੇ ਅਹੋਮ ਤੇ ਗੌਂਡ ਲੋਕਾਂ ਦੇ ਬਾਰੇ ਵਿੱਚ। ਜਿਹੜੇ ਅਹੋਮ ਹੈਗੇ ਨੇ ਇਹ 13ਵੀਂ ਸਦੀ ਵਿੱਚ ਚੀਨ ਤੋਂ ਅਹੋਮ ਪਹੁੰਚੇ ਸੀ। ਅਹੋਮ ਜਿਹੜਾ ਆਧੁਨਿਕ ਅਸਾਮ ਹੈਗਾ ਏ ਉਸ ਨੂੰ ਅਹੋਮ ਬੋਲਿਆ ਜਾਂਦਾ ਸੀ। ਅਤੇ ਇਹ ਜਿਹੜੇ ਚੀਨ ਦੇ ਜਿਹੜੇ ਤਾਏ ਮੰਗੋਲਿਡ ਵਰਗ ਨਾਲ ਸੰਬੰਧਿਤ ਰੱਖਦੇ ਸੀ। ਸੁਫਾਕਾ ਜਿਹੜਾ ਹੈਗਾ ਏ ਉਹ ਅਹੋਮ ਵੰਸ਼ ਦਾ ਜਿਹੜਾ ਪਹਿਲਾ ਸ਼ਾਸਕ ਸੀਗਾ। ਉਸਨੇ 1228 ਤੋਂ 1268 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਇਸ ਤੋਂ ਇਲਾਵਾ ਉਸਨੇ ਜਿਹੜੇ ਸਥਾਨਕ ਸ਼ਾਸਕ ਹੈਗੇ ਨੇ ਉਹਨਾਂ ਨੂੰ ਹਰਾਇਆ ਸੀ ਅਤੇ ਹੌਲੀ ਹੌਲੀ ਉਸਨੇ ਜਿਹੜਾ ਅਹੋਮ, ਕੰਚਾਰੀ, ਮੋਰਨ ਅਤੇ ਜਿਹੜੇ ਨਾਗ ਜਿਹੜੇ ਸਥਾਨਕ ਵੰਸ਼ ਸੀਗੇ ਉਹਨਾਂ ਨੂੰ ਵੀ ਹਰਾਇਆ ਸੀ। ਇਸ ਤੋਂ ਇਲਾਵਾ ਉਸਨੇ ਜਿਹੜਾ ਬ੍ਰਹਮਪੁੱਤਰਾ ਤੱਕ ਆਪਣੇ ਰਾਜ ਦੀਆਂ ਜਿਹੜੀਆਂ ਹੱਦਾਂ ਸੀਗੀਆਂ ਉਹਨਾਂ ਦਾ ਵਿਸਥਾਰ ਕੀਤਾ ਸੀਗਾ। ਉਸ ਦੀ ਰਾਜਧਾਨੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਗੁੜਗਾਉਂ ਸੀ। ਅਹੋਮ ਸ਼ਾਸਕ ਜਿਹੜਾ ਹੈਗਾ ਉਹ ਸਥਾਨਕ ਤਾਕਤਾਂ ਸੀਗੀਆਂ ਉਹਨਾਂ ਨਾਲ ਵੀ ਅਤੇ ਇਸ ਤੋਂ ਇਲਾਵਾ ਜਿਹੜੇ ਮੁਗਲ ਹੈਗੇ ਨੇ ਉਹਨਾਂ ਨਾਲ ਵੀ ਇਹਨੇ ਯੁੱਧ ਕੀਤੇ ਸੀਗੇ। ਅਤੇ ਇਸ ਤੋਂ ਇਲਾਵਾ ਜਿਹੜਾ ਬੰਗਾਲ ਦੇ ਵਿਰੁੱਧ ਵੀ ਉਸਨੇ ਯੁੱਧ ਕਾਫੀ ਜਿਹੜੇ ਹੈਗੇ ਆ ਉਹ ਲੜੇ ਸੀਗੇ। ਮੁਗਲਾਂ ਨੇ ਅਹੋਮ ਪ੍ਰਦੇਸ਼ ਜਿਸ ਨੂੰ ਅਸਾਮ ਬੋਲਿਆ ਜਾਂਦਾ ਹੈਗਾ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੂੰ ਸਫਲਤਾ ਉਹਨਾਂ ਨੂੰ ਨਹੀਂ ਮਿਲੀ। ਅਤੇ ਅਖੀਰ ਵਿੱਚ ਜਿਹੜਾ ਔਰੰਗਜ਼ੇਬ ਹੈਗਾ ਉਸਨੇ ਜਿਹੜੇ ਅਹੋਮ ਸ਼ਾਸਕਾਂ ਦੀ ਰਾਜਧਾਨੀ ਗੁੜਗਾਉਂ ਹੈਗੀ ਹੈ ਉਸ ਨੂੰ ਜਿੱਤ ਲਿਆ ਸੀ ਪਰ ਜਿਹੜਾ ਉਹਨੂੰ ਆਪਣੇ ਅਧੀਨ ਨਹੀਂ ਸੀ ਰੱਖ ਸਕਿਆ। ਅਹੋਮ ਜਿਹੜੇ ਸ਼ਾਸਕ ਹੈਗੇ ਨੇ ਉਹਨਾਂ ਨੇ ਮੁਗਲਾਂ ਦੇ ਅਧੀਨ ਰਹਿ ਕੇ ਰਾਜ ਕੀਤਾ ਸੀ। ਇਸ ਤੋਂ ਇਲਾਵਾ ਜਿਹੜਾ 18ਵੀਂ ਸਦੀ ਦੇ ਵਿੱਚ ਅਹੋਮ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਲਗਭਗ 1818 ਈਸਵੀ ਵਿੱਚ ਬਰਮਾ ਜਿਸ ਨੂੰ ਮਿਆਂਮਾਰ ਬੋਲਿਆ ਜਾਂਦਾ ਹੈਗਾ ਉਹਨਾਂ ਨੇ ਉੱਥੋਂ ਦੇ ਲੋਕਾਂ ਨੇ ਜਿਹੜਾ ਅਸਾਮ ਦੇ ਉੱਪਰ ਹਮਲਾ ਕੀਤਾ ਸੀਗਾ ਅਤੇ ਜਿਹੜਾ ਅਸਾਮ ਦਾ ਜਿਹੜਾ ਅਹੋਮ ਰਾਜਾ ਸੀਗਾ ਉਸ ਨੂੰ ਜਿਹੜਾ ਅਸਾਮ ਛੱਡਣ ਲਈ ਜਿਹੜਾ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ 1826 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਅਸਾਮ ਉੱਤੇ ਅਧਿਕਾਰ ਕਰ ਲਿਆ ਸੀਗਾ ਅਤੇ ਉਹਨਾਂ ਨੇ ਜਿਹੜੇ ਬਰਮਾ ਦੇ ਲੋਕ ਹੈਗੇ ਨੇ ਉਹਨਾਂ ਨੂੰ ਹਰਾ ਦਿੱਤਾ ਸੀ। ਇਸ ਤੋਂ ਇਲਾਵਾ 1526 ਈਸਵੀ ਦੇ ਵਿੱਚ ਉਹਨਾਂ ਨੇ ਜਿਹੜਾ ਯਾਦਵੂ ਸੰਧੀ ਕੀਤੀ ਸੀਗੀ ਅਤੇ ਇਸ ਦੇ ਨਾਲ ਜਿਹੜਾ ਅੰਗਰੇਜ਼ ਹੈਗੇ ਨੇ ਉਹਨਾਂ ਦਾ ਇਸ ਤਰ੍ਹਾਂ ਜਿਹੜੇ ਅੰਗਰੇਜ਼ ਹੈਗੇ ਨੇ ਉਹ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦੇ ਨੇ ਅਸਾਮ ਨੂੰ। ਅੱਗੇ ਆਪਾਂ ਗੱਲ ਕਰਾਂਗੇ ਗੌਂਡ ਦੇ ਬਾਰੇ ਵਿੱਚ। ਜਿਹੜਾ ਮੱਧ ਭਾਰਤ ਦੇ ਵਿੱਚ ਇੱਕ ਕਬੀਲਾ ਸੀਗਾ। ਇਹ ਪੱਛਮੀ ਉੜੀਸਾ, ਪੂਰਬੀ ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਇਹ ਜਿਹੜੇ ਪ੍ਰਾਂਤ ਹੈਗੇ ਨੇ ਇਹਦੇ ਵਿੱਚ ਆਉਂਦੇ ਸੀਗੇ। ਇੱਥੋਂ ਦੇ ਲੋਕਾਂ ਦੀ ਗਿਣਤੀ ਜਿਹੜੀ ਕਾਫੀ ਜ਼ਿਆਦਾ ਹੋਣ ਕਰਕੇ ਇਸ ਪ੍ਰਦੇਸ਼ ਨੂੰ ਗੌਂਡਵਾਨਾ ਬੋਲਿਆ ਜਾਂਦਾ ਸੀ। 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਜਿਹੜਾ ਗੌਂਡਵਾਨਾ ਹੈਗਾ ਉਹ ਕਾਫੀ ਖੁਸ਼ਹਾਲ ਰਾਜ ਸੀਗਾ ਅਤੇ ਇੱਥੇ ਜਿਹੜੇ ਬਹੁਤ ਸਾਰੇ ਰਾਜਾਂ ਦੀ ਸਥਾਪਨਾ ਹੋਈ ਸੀ। ਜੇਕਰ ਆਪਾਂ ਗੱਲ ਕਰੀਏ ਸਭ ਤੋਂ ਫੇਮਸ ਸ਼ਾਸਕ ਦੀ ਤਾਂ ਉਹ ਜਿਹੜੀ ਰਾਣੀ ਦੁਰਗਾਵਤੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਗੌਂਡਵਾਨਾ ਰਾਜ ਹੈਗਾ ਇਹ ਜਿਹੜੇ 5 ਸੁਤੰਤਰ ਰਾਜ ਸੀਗੇ ਉਹਨਾਂ ਵਿੱਚ ਇੱਕ ਸੀਗਾ
ਤੇ ਉਹਨਾਂ ਨੇ ਜਬਲਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਅਕਬਰ ਨੇ ਉਹਨਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ ਸੀ, ਪਰ ਜਿਹੜੀ ਰਾਣੀ ਦੁਰਗਾਵਤੀ ਹੈਗੀ ਹੈ ਉਹਨੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਤੇ ਇਸ ਤਰ੍ਹਾਂ ਇਹਨਾਂ ਦੇ ਵਿੱਚ ਜਿਹੜਾ ਯੁੱਧ ਹੁੰਦਾ ਹੈਗਾ ਹੈ, ਜਿਸ ਦੇ ਚੱਲਦੇ ਜਿਹੜੀ ਰਾਣੀ ਦੁਰਗਾਵਤੀ ਹੈਗੀ ਉਹ ਯੁੱਧ ਦੇ ਮੈਦਾਨ ਵਿੱਚ ਹੀ ਜਿਹੜੀ ਮੁਗਲਾਂ ਦੇ ਹੱਥੋਂ ਮਾਰੀ ਜਾਂਦੀ ਹੈਗੀ ਹੈ। ਗੌਂਡ ਲੋਕ ਸੀ ਜਿਹੜੇ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਕਾਫੀ ਘੱਟ ਸੀਗੀਆਂ। ਉਹਨਾਂ ਦੇ ਘਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸਧਾਰਨ ਬਣਤਰ ਦੇ ਹੁੰਦੇ ਸੀ। ਇੱਕ ਨਿਰੀਖਣ ਦੇ ਅਨੁਸਾਰ ਪਤਾ ਲੱਗਦਾ ਹੈ ਕਿ ਜਿਹੜੇ ਗੌਂਡ ਇਲਾਕੇ ਦੇ ਲੋਕ ਹੈਗੇ ਨੇ, ਜਿਹੜੇ ਗੌਂਡ ਲੋਕ ਹੈਗੇ ਨੇ, ਉਹ ਬਾਕੀ ਲੋਕਾਂ ਦੇ ਮੁਕਾਬਲੇ 'ਚ ਘੱਟ ਗਿਣਤੀ ਵਿੱਚ ਪੜ੍ਹੇ ਲਿਖੇ ਸੀਗੇ। ਸਮਾਂ ਪਾ ਕੇ ਜਿਹੜੇ ਗੌਂਡ ਲੋਕ ਹੈਗੇ ਨੇ ਉਹ ਹੋਰ ਲੋਕਾਂ ਦੇ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇਕਰ ਆਪਾਂ ਗੌਂਡਵਾਨਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਨਰਮਦਾ ਦੀ ਜਿਹੜੀ ਤਾਪਦੀ ਨਦੀਆਂ ਹੈਗੀਆਂ ਨੇ ਉਸ ਦੇ ਕੁਝ ਇਸ ਜਗ੍ਹਾ ਦੇ ਉੱਪਰ ਕਰਕੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਹੈ। ਤੇ ਇਸ ਦੇ ਨਾਲ ਹੀ ਜਿਹੜਾ ਅੱਜ ਦਾ ਚੈਪਟਰ ਹੈਗਾ ਉਹ ਸਮਾਪਤ ਹੁੰਦਾ ਹੈਗਾ ਤੇ ਨਾਲ ਦੀ ਨਾਲ ਹੀ ਇਸ ਵੀਡੀਓ ਦਾ ਵੀ ਐਂਡ ਹੁੰਦਾ ਹੈਗਾ ਹੈ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।